ਸਤਿ ਸ੍ਰੀ ਅਕਾਲ, ਮੈਂ ਸੋਮ ਸਹੋਤਾ ਤੇ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀਵੀ। ਖਬਰਾਂ ਦੇ ਬੁਲਟਨ ਵਿੱਚ ਆਪ ਸਭ ਦਾ ਸਵਾਗਤ ਹੈ। ਮਾਰਦੇ ਹਾਂ ਸੁਰਖੀਆਂ ਤੇ ਇੱਕ ਨਜ਼ਰ। ਬੀਐਸਐਫ ਦੇ ਗੇਟ ਖੋਲਣ ਦੀ ਮੰਗ, ਰੇਲਵੇ ਟਰੈਕ ਦਾ ਲਿਆ ਜਾਇਜ਼ਾ, ਪੀਆਰਟੀਸੀ ਦੇ ਕਰਮਚਾਰੀ ਸਰਕਾਰ ਤੋਂ ਨਾਰਾਜ਼, ਤਨਖਾਹ ਨਾ ਮਿਲਣ ਤੇ ਪਨਸਪ ਅਤੇ ਪੀਆਰਟੀਸੀ ਦਾ ਰੋਸ, ਵੱਡੇ ਵੱਡੇ ਇੰਜੀਨੀਅਰਾਂ ਨੂੰ ਦਿੱਤੀ ਮਾਤ, ਕੰਮ ਕਰਾਂਗੇ ਤਾਂ ਲੋਕ ਵੋਟ ਦੇਣਗੇ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਖਬਰ ਲੈਂਦੇ ਆ ਫਾਜ਼ਿਲਕਾ ਤੋਂ। ਬੀਐਸਐਫ ਦੇ ਗੇਟ ਨੂੰ ਲੈ ਕੇ ਇਸ ਤੋਂ ਪਹਿਲਾਂ ਵੀ ਏਵਨ ਪੰਜਾਬੀ ਚੈਨਲ ਨੇ ਕਈ ਵਾਰ ਖਬਰਾਂ ਦਿਖਾਈਆਂ ਨੇ ਕਿ ਲੋਕ ਜਿਹੜੇ ਨਾਰਾਜ਼ ਨੇ, ਔਰ ਹੁਣ ਉਹਨਾਂ ਦੀ ਨਾਰਾਜ਼ਗੀ ਕਿੱਥੇ ਆ ਕੇ ਰੁਕੀ ਹੈ ਔਰ ਕਿਸ ਤਰ੍ਹਾਂ ਕੀ ਇਹ ਨਾਰਾਜ਼ਗੀ ਚੱਲ ਰਹੀ ਹੈ। ਇਹ ਲੋਕ ਕਿਉਂ ਕਹਿ ਰਹੇ ਨੇ ਕਿ ਗੇਟ ਜਿਹੜਾ ਹੈ ਉਹ ਖੋਲਣਾ ਚਾਹੀਦਾ ਹੈ और क्यों मतलब ये सारा कुछ होना चाहिए है। आओ मारते हैं इस पूरी खबर ते नजर। मैं जी कामरेड हंसराज गोल्डन पार्टी कम्युनिस्ट पार्टी जिला फाजिलका का मैं सकत्तर हाँ। अज बार्डर एरिए ते जिहड़ी कंढे तार है ਉਹਦੇ ਸੰਬੰਧ ਵਿੱਚ ਕਿਸਾਨਾਂ ਨੂੰ ਕਈ ਸਮੱਸਿਆਵਾਂ ਸਨ। ਸਮੱਸਿਆ ਇਹ ਸੀ ਕਿ ਜਿਹੜੀ ਕੰਢੇ ਤਾਰ ਲੱਗੀ ਹੋਈ ਹੈ ਬੀਐਸਐਫ ਦੇ ਨਾਲ ਕਿਸਾਨਾਂ ਦਾ ਕੋਈ ਲੰਘਣ ਤੋਂ ਗੇਟਾਂ ਤੋਂ ਮਤਲਬ ਅਲੱਗ-ਅਲੱਗ ਦਿਨ ਖੋਲ੍ਹਣੇ ਜਾਂ ਲਗਾਤਾਰ ਨਾ ਖੋਲ੍ਹਣਾ, ਉਹਨਾਂ ਨੂੰ ਕਾਫੀ ਸਾਰੀਆਂ ਪਰੇਸ਼ਾਨੀਆਂ ਸਨ। ਤਾਂ ਉਸ ਸਬੰਧ ਵਿੱਚ ਕਾਮਰੇਡ ਸ਼ਵੇਗ ਨੇ ਜੋ ਮੁੱਦੇ ਉਠਾਏ ਨੇ ਤੇ ਉਹ ਉਸ ਦੇ ਸਬੰਧ ਵਿੱਚ ਉਹਨਾਂ ਦਾ ਡਿਸਪਿਊਟ ਵੀ ਹੋਇਆ ਹੈ। ਅਸੀਂ ਚਾਹੁੰਦੇ ਹਾਂ ਵੀ ਕਿਸਾਨਾਂ ਤੇ ਬੀਐਸਐਫ ਦਾ ਜਿਹੜਾ ਬੜਾ ਖਾਸ ਰਿਸ਼ਤਾ ਹੈ ਇਹ ਜਿਹੜਾ ਉਸੇ ਤਰ੍ਹਾਂ ਬਰਕਰਾਰ ਰੱਖਿਆ ਜਾਵੇ। ਸਾਡਾ ਕੰਮ ਕੋਈ ਖੱਲੜ ਪਾਉਣਾ ਨਹੀਂ ਹੈ, ਪਰ ਇਹਨਾਂ ਲੋਕਾਂ ਨੂੰ ਵੀ ਪਰੇਸ਼ਾਨ ਨਾ ਕੀਤਾ ਜਾਵੇ। ਅਗਰ ਜੇ ਮਸਲੇ ਟੇਬਲ ਤੇ ਬੈਠ ਕੇ ਹੱਲ ਹੁੰਦੇ ਨੇ, ਜਿਹੜੇ ਕੋਈ ਹੋਰ 2-4 ਰਹਿੰਦੇ ਨੇ, ਤਾਂ ਸਾਡੇ ਵੱਲੋਂ ਪੂਰਨ ਢੰਗ ਨਾਲ ਹੀ ਸਾਰੀ ਗੱਲਬਾਤ ਕੀਤੀ ਜਾਏਗੀ। ਕੋਈ ਵੀ ਕਿਸ ਤਰ੍ਹਾਂ ਦਾ ਗਲਤ ਨਹੀਂ ਕੀਤਾ ਜਾਏਗਾ। ਹੁਣ ਇੱਕ ਵਾਰੀ ਅਸੀਂ ਜਿਹੜਾ ਮੋਰਚਾ ਜਿਹੜਾ ਹੈ ਸਮਾਪਤ ਕਰਦੇ ਹਾਂ। ਅਗਾਂਹ ਜੇ ਸਾਨੂੰ ਕੋਈ ਲੋੜ ਪਏਗੀ, ਜੇ ਟੇਬਲ ਟਾਕ ਕਰਨ ਨਾਲ ਮਸਲਾ ਹੱਲ ਹੋਏ ਤਾਂ ਸਾਨੂੰ ਸ਼ਾਇਦ ਕੋਈ ਜ਼ਰੂਰਤ ਨਾ ਹੀ ਪਵੇ। ਪਰ ਜੇ ਕੋਈ ਅਫੀਸਰ ਇਸ ਤਰ੍ਹਾਂ ਸਮਝੇ ਵੀ ਮੈਂ ਹੀ ਹਾਂ, ਮੇਰੇ ਤੋਂ ਬਗੈਰ ਹੋਰ ਉੱਤੇ ਕੋਈ ਨਹੀਂ ਹੈਗਾ, ਤਾਂ ਫਿਰ ਅਸੀਂ ਕਹਿੰਦੇ ਕੁਆਂਦੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਕੁਆਂਦੇ ਹੋਣ, ਚਾਹੇ ਉਹ ਇਲਾਕੇ ਦੇ ਡੀਸੀ ਹੋਣ, ਉਹ ਐਸਐਸਪੀ ਹੋਣ ਜਾਂ ਕੋਈ ਵੀ ਹੋਵੇ, ਉਹਨਾਂ ਸਾਰਿਆਂ ਨਾਲ ਸਾਡੇ ਇਸ ਤਰ੍ਹਾਂ ਦੇ ਮੋਰਚੇ ਲਾ ਕੇ ਆਖਰ ਨੂੰ ਉਹਨਾਂ ਨੂੰ ਹੀ ਮੰਨ ਕੇ, ਗਲਤੀ ਮੰਨ ਕੇ ਜਿਹੜੇ ਮਸਲੇ ਹੱਲ ਕਰਨੇ ਪੈਣ। ਮੰਗਾਂ ਜੀ ਕੋਈ ਲੰਘਣ ਤੋਂ, ਜਿਵੇਂ ਗੇਟ ਇੱਕ ਪਰਮਾਨੈਂਟ ਬੰਦ ਕਰਿਆ ਹੋਇਆ, ਜਿਵੇਂ 2 ਦਿਨ ਉਹਦੇ 'ਚ ਲੰਘਣ ਦਿੰਦੇ ਸੀ ਹਫ਼ਤੇ 'ਚ, ਉਹਦੇ 'ਚ ਇਹਨਾਂ ਕਿਹਾ ਵੀ 4 ਦਿਨ ਲੰਘਾਵਾਂਗੇ। ਟਾਈਮ ਦਾ ਸੀਗਾ ਕਿ 10 ਵਜੇ ਤੋਂ 6 ਵਜੇ ਤੱਕ ਦਾ ਟਾਈਮ ਦਿੰਦੇ ਸੀ, ਪਰ ਹੈਗਾ ਅਸਲ 'ਚ 8 ਵਜੇ ਤੋਂ 6 ਵਜੇ ਤੱਕ ਸੀਗਾ। ਉਹ ਉਹਨਾਂ ਨੇ ਮੰਨਿਆ ਕਿ ਇਹ ਰੋਜ਼ਾਨਾ ਲੰਘਣ ਤੇ 8 ਵਜੇ ਤੋਂ 6 ਵਜੇ ਤੱਕ ਜਿਹੜਾ ਟਾਈਮ ਦਿੱਤਾ ਜਾਵੇ। ਬਿਲਕੁਲ ਇਹਨਾਂ ਸਾਥੀਆਂ ਦੀ ਸੰਤੁਸ਼ਟੀ ਤੇ ਸਾਡੀ ਆਪਣੇ ਆਪ ਸੰਤੁਸ਼ਟੀ ਹੈ। ਹਾਲ ਦੀ ਘੜੀ ਕੋਈ ਗਿਲਾ ਸ਼ਿਕਵਾ ਨਹੀਂ ਹੈ। ਜੇ ਕੋਈ ਨਹੀਂ ਗੱਲ ਕਰੇਗਾ, ਜਿਵੇਂ ਹੁਣ ਕਾਮਰੇਡ ਸ਼ਵੇਗ ਨੂੰ ਕਹਿੰਦਾ ਕਮੇਟੀ 'ਚ ਨਹੀਂ ਪਾਉਣਾ, ਐਵੇਂ ਅਲਰਜੀ ਕਰੇ ਕੋਈ, ਤੇ ਫਿਰ ਇਹ ਕੌਣ ਹੁੰਦੇ ਨਹੀਂ ਪਾਉਣੇ ਦੀ ਬਕਾਇਦਾ ਜ਼ਮੀਨ ਪਾ ਰਹੇ। ਸੰਘਰਸ਼ ਕਮੇਟੀ ਦਾ ਆਗੂ ਹੈ, ਸਾਡਾ ਪਾਰਟੀ ਦਾ ਵੀ ਆਗੂ ਹੈ। ਤੇ ਜੇ ਇਹਦੇ ਨਾਲ ਕੋਈ ਅਫਸਰ ਕਿਸ ਤਰ੍ਹਾਂ ਦੀ ਗੱਲ ਕਰੇਗਾ, ਤੇ ਮੈਂ ਤਾਂ ਕਹਿੰਦਾ ਅਸੀਂ ਪੂਰਨ ਢੰਗ ਨਾਲ ਇਹ ਸਾਰਾ ਕੋਈ ਮਸਲਾ ਹੱਲ ਕਰਨਾ ਚਾਹੁੰਦੇ ਹਾਂ। ਤੇ ਉਹ ਇਸ ਤਰ੍ਹਾਂ ਦੀ ਅਲਰਜੀ ਛੱਡ ਕੇ ਸਾਡੇ ਨਾਲ ਬੈਠ ਕੇ ਸਾਰੇ ਮਸਲੇ ਹੱਲ ਕਰੇ, ਤਾਂ ਅਸੀਂ ਬੈਠ ਕੇ ਹੱਲ ਕਰਨ ਨੂੰ ਤਿਆਰ ਹਾਂ। ਕਈਆਂ ਨੇ ਕੀਤਾ, ਚਲੋ ਅਸੀਂ ਬਾਈ ਨੇਮ ਨਾਂ ਨਹੀਂ ਲੈਣਾ ਚਾਹੁੰਦੇ, ਪਰ ਜੋ ਮੈਂ ਕਹਿੰਦਾ ਆਪਣੇ ਆਪ ਨੂੰ ਠੀਕ ਕਰਨ, ਅਸੀਂ ਨਹੀਂ ਚਾਹੁੰਦੇ ਵੀ ਕੋਈ ਡਿਸਪਿਊਟ ਵਧੇ। ਹੁਣ ਧਰਨਾ ਸਮਾਪਤ ਕਰ ਦਿੱਤਾ। ਬਿਲਕੁਲ ਧਰਨਾ। ਖਬਰ ਲੈਂਦੇ ਆ ਗੁਰਦਾਸਪੁਰ ਤੋਂ। ਰੇਲਵੇ ਟਰੈਕ ਦਾ ਲਿਆ ਜਾਇਜ਼ਾ। ਤੁਸੀਂ ਦੇਖਦੇ ਹੋ ਕਿ ਆਏ ਦਿਨ ਅਗਨੀਪਥ ਔਰ ਅਗਨੀਵੀਰ ਯੋਜਨਾ ਜਿਹੜੀ ਭਾਰਤ ਸਰਕਾਰ ਵੱਲੋਂ ਸਕੀਮ ਚਲਾਈ ਗਈ ਹੈ, ਉਸ ਦੇ ਵਿਰੋਧ ਦੇ ਵਿੱਚ ਆਏ ਦਿਨ ਟ੍ਰੇਨਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਅੱਗਾਂ ਲਗਾਈਆਂ ਜਾ ਰਹੀਆਂ ਨੇ ਔਰ ਰੇਲਵੇ ਟਰੈਕ ਜਿਹੜੇ ਨੇ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਔਰ ਗੁਰਦਾਸਪੁਰ ਪੁਲਿਸ ਵੱਲੋਂ ਬਕਾਇਦਾ ਤੌਰ ਤੇ ਖਾਸ ਕਰਕੇ ਰੇਲਵੇ ਟਰੈਕ ਦਾ ਜਾਇਜ਼ਾ ਲਿਆ ਕਿ ਕਿਸੇ ਕਿਸਮ ਦੀ ਕੋਈ ਦਿੱਕਤ ਤਾਂ ਨਹੀਂ ਹੈ और की कुछ लोगों वालों कोई शरारत नहीं की गई। इस चीज़ को लैके गलबात भी हुई है। वेखो पूरी खबर। ਅੱਜ ਦੇਖੋ ਪਠਾਨਕੋਟ ਦੀ ਤੇ ਬਲਕਿ ਪੂਰੇ ਪੰਜਾਬ 'ਚ ਆਪਾਂ ਸਿਕਿਉਰਿਟੀ ਅਰੇਂਜਮੈਂਟ ਕੀਤਾ ਹੋਇਆ। ਜਿਹੜਾ ਵੈਂਡਲਿਜ਼ਮ ਹੋਇਆ ਸੀਗਾ, ਜਿਹੜੇ ਬੱਚੇ ਯੁਵਕ ਜਿਹੜੇ ਐਸਪੀਰੈਂਟ ਹੈਗੇ ਅਗਨੀਪਥ ਯੋਜਨਾ ਦੇ, ਅਗਨੀਵੀਰ ਯੋਜਨਾ ਦੇ, ਤੇ ਉਹਨਾਂ ਵੱਲੋਂ ਰੋਸ਼ ਪ੍ਰਗਟ ਕੀਤਾ ਗਿਆ ਸੀਗਾ। ਤਾਂ ਬਹੁਤ ਸਾਰੀ ਥਾਵਾਂ 'ਤੇ ਅੱਗਨੀ ਵਗੈਰਾ ਕੀਤੀ ਗਈ ਸੀਗੀ। ਇਹਨੂੰ ਲੈ ਕਰਕੇ ਪੂਰੇ ਪੰਜਾਬ 'ਚ ਅਲਰਟ ਸੀ। ਤੇ ਹੁਣ ਇਸੀ ਪੰਜਾਬ ਦੇ ਅਲਰਟ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਹਰ ਇੱਕ ਰੇਲਵੇ ਸਟੇਸ਼ਨ 'ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਵੀ, ਆਰਪੀਐਫ ਨਾਲ, ਰੇਲਵੇਜ਼ ਅਥਾਰਟੀਜ਼ ਨਾਲ, ਸਾਰਿਆਂ ਨਾਲ ਰਲ ਕੇ ਆਪਾਂ ਇਹ ਕੋਸ਼ਿਸ਼ ਕੀਤੀ ਹੈ ਕਿ ਕਿਸੇ ਵੀ ਤਰੀਕੇ ਨਾਲ ਸਰਕਾਰੀ ਸੰਪत्ति ਨੂੰ ਹਾਨੀ ਨਾ ਹੋਵੇ। ਨਾਲੇ ਆਪਾਂ ਪਰਸੂਏਟ ਵੀ ਕੀਤਾ ਹੋਇਆ ਜਿਹੜੇ ਨੌਜਵਾਨ ਧਰਨਾ ਪ੍ਰਦਰਸ਼ਨ ਜਾਂ ਕੁਛ ਹੋਰ ਕਰਨਾ ਚਾਹੁੰਦੇ ਨੇ
ਉਹਨਾਂ ਨੂੰ ਇਹ ਦੱਸਣ ਦੀ ਆਪਾਂ ਕੋਸ਼ਿਸ਼ ਕਰ ਰਹੇ ਹੈਗੇ ਕਿ ਜੇ ਅਗਰ ਉਹਨਾਂ ਨੇ ਕਿਸੇ ਵੀ ਤਰੀਕੇ ਨਾਲ ਕੋਈ ਕਾਨੂੰਨ ਨੂੰ ਹੱਥ 'ਚ ਲੈ ਲਿਆ ਤੇ ਉਹਨਾਂ ਦੇ ਖਿਲਾਫ ਜਦੋਂ ਪਰਚਾ ਦਰਜ ਹੋ ਜਾਊਗਾ, ਫਿਰ ਉਹਨਾਂ ਦੀ ਆਉਣ ਵਾਲੀ ਜਿਹੜੀ ਸੰਭਾਵਨਾ ਹੈਗੀ ਕਿਸੇ ਨੌਕਰੀ 'ਚ ਸਿਲੈਕਟ ਹੋਣ ਵਾਲੀ, ਉਹਦੇ 'ਚ ਪ੍ਰਸ਼ਨ ਚਿੰਨ੍ਹ ਲੱਗ ਜੂ। ਇਸ ਕਰਕੇ ਆਪਾਂ ਪਰਸੂਏਡ ਵੀ ਕਰ ਰਹੇ ਤੇ ਨਾਲੇ ਇੱਕ ਸਖਤ ਮੈਸੇਜ ਵੀ ਸਾਡੇ ਵੱਲੋਂ ਦਿੱਤਾ ਗਿਆ ਹੋਇਆ ਕਿ ਜੇ ਕਿਸੇ ਨੇ ਵੀ ਕਾਨੂੰਨ ਨੂੰ ਹੱਥ 'ਚ ਲਿਆ ਆਪਾਂ ਸਖਤ ਕਾਰਵਾਈ ਕਰਾਂਗੇ। ਸਰ ਲੁਧਿਆਣਾ ਦੇ ਵਿੱਚ ਵੀ ਕਾਫੀ ਤੋੜਪੋੜ ਕੀਤੀ ਗਈ ਸੈਸ਼ਨ ਦੇ ਕਿੰਨੇ ਮਾਮਲੇ ਜਿਹੜੇ ਦਰਜ ਕੀਤੇ ਗਏ ਜੀਆਰਪੀ ਵੱਲੋਂ? ਦੇਖੋ ਇਹਦੇ ਵਿੱਚ 3 ਪਰਚੇ ਦਰਜ ਹੋਏ ਨੇ। ਇੱਕ ਤਾਂ ਡਿਸਟ੍ਰਿਕਟ ਪੁਲਿਸ ਨੇ ਪਰਚਾ ਦਰਜ ਕੀਤਾ, ਇੱਕ ਆਰਪੀਐਫ ਨੇ ਪਰਚਾ ਦਰਜ ਕੀਤਾ ਹੋਇਆ ਜਿਹੜੀ ਰੇਲਵੇ ਪ੍ਰਾਪਰਟੀ ਨੂੰ ਨੁਕਸਾਨ ਹੋਇਆ, ਤੇ ਇੱਕ ਜੀਆਰਪੀ ਨੇ ਪਰਚਾ ਦਰਜ ਕੀਤਾ ਹੈ ਤੇ ਆਈਪੀਸੀ ਦੀ ਧਾਰਾਵਾਂ ਹੇਠ ਨੁਕਸਾਨ ਹੋਇਆ ਹੈ, ਪਰ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ। ਸਾਡੀ ਫੋਰਸਿਸ ਅਲਰਟ ਸੀਗੀਆਂ ਤੇ ਜਦੋਂ ਬੰਦੇ ਅੰਦਰ ਆਏ ਉਦੋਂ ਬਾਅਦ ਉਹਨਾਂ ਨੂੰ ਇਮੀਡੀਏਟਲੀ ਕੰਟਰੋਲ ਕਰ ਲਿਆ ਗਿਆ। ਰੇਲਵੇ ਸਟੇਸ਼ਨ ਦੇ ਨਾਲ ਇਹ ਥੋੜਾ ਜਿਹਾ ਡਰਾਬੈਕ ਰਹਿੰਦਾ ਹੈਗਾ ਕਿ ਉਹਦੀ ਓਪਨਿੰਗਸ ਬਹੁਤ ਜ਼ਿਆਦਾ ਹੁੰਦੀਆਂ ਨੇ ਤੇ ਇਸ ਕਰਕੇ ਹਰ ਇੱਕ ਥਾਂ ਤੇ ਜੇਕਰ ਡਿਸਟ੍ਰੀਬਿਊਟ ਹੋ ਕਰਕੇ ਬੰਦੇ ਆਏ ਹੋਣ ਤਾਂ ਉਹਨੂੰ ਕੰਟਰੋਲ ਕਰਨਾ ਥੋੜਾ ਔਖਾ ਹੋ ਜਾਂਦਾ ਹੈ। ਪਰ ਫਿਰ ਵੀ ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜੇ ਬੰਦੇ ਜਿਨ੍ਹਾਂ ਨੇ ਕੋਈ ਵਿਰੋਧ ਪ੍ਰਦਰਸ਼ਨ ਕਰਨਾ ਹੋਵੇ ਉਹਨਾਂ ਨੂੰ ਕਾਬੂ ਕੀਤਾ ਜਾਵੇ ਤੇ ਕਿਸੇ ਵੀ ਤਰੀਕੇ ਨਾਲ ਸਰਕਾਰੀ ਸੰਪत्ति ਨੂੰ ਨੁਕਸਾਨ ਨਾ ਪਹੁੰਚਾਉਣ ਦਿੱਤਾ ਜਾਵੇ। ਸਿਕਿਉਰਿਟੀ ਦੇ ਲਿਹਾਜ਼ ਨਾਲ ਕੋਈ ਸਪੈਸ਼ਲ ਫੋਰਸ ਵੀ ਡਿਪਲੋਏ ਕੀਤੀ ਗਈ? ਇਹ ਸਪੈਸ਼ਲ ਫੋਰਸਿਸ ਹੈਗੀਆਂ, ਸਾਡੀ ਏਆਰਪੀ ਟੀਮਾਂ ਵੀ ਹੈਗੀਆਂ, ਰੈਪਿਡ ਐਕਸ਼ਨ ਫੋਰਸ ਵੀ ਸਾਨੂੰ ਮਿਲੀ ਹੋਈ ਹੈ। ਈਵਨ ਆਰਪੀਐਫ ਨੇ ਆਪਣੀ ਵੱਧ ਜਿਹੜੀ ਨਫਰੀ ਵਧਾਈ ਹੋਈ ਹੈਗੀ, ਉੱਥੇ ਕੰਪਨੀਆਂ ਆਈਆਂ ਨੇ ਤੇ ਮੈਨੂੰ ਲੱਗਦਾ ਹੈਗਾ ਕਿ ਸਾਡੇ ਜਿੰਨੇ ਵੀ ਹੈਗੇ ਨੇ ਇੰਤਜ਼ਾਮਾਤ ਉਹ ਸਮੁਚਿਤ ਨੇ, ਮੁਕੰਮਲ ਨੇ ਤੇ ਆਪਾਂ ਕਿਸੇ ਵੀ ਤਰੀਕੇ ਨਾਲ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦੇਵਾਂਗੇ ਤੇ ਇਹ ਸਾਡੀ ਕੋਸ਼ਿਸ਼ ਹੈ ਕਿ ਸਰਕਾਰੀ ਸੰਪत्ति ਨੂੰ ਕੋਈ ਹਾਨੀ ਨਾ ਹੋਵੇ। ਖਬਰ ਲੈਂਦੇ ਗੁਰਦਾਸਪੁਰ ਤੋਂ। ਪੀਆਰਟੀਸੀ ਅਤੇ ਪਨਬੱਸ ਵੱਲੋਂ ਬਕਾਇਦਾ ਤੌਰ ਤੇ ਕਰਮਚਾਰੀਆਂ ਨੇ ਮੰਗ ਕੀਤੀ ਹੈ ਔਰ ਕਿ ਸਾਡੀ ਜਿਹੜੀ ਸੈਲਰੀ ਹੈ, ਸਾਡੀ ਤਨਖਾਹ ਹੈ, ਉਹ ਸਾਨੂੰ ਸਮੇਂ ਸਿਰ ਦਿੱਤੀ ਜਾਵੇ ਔਰ ਬਿਨਾਂ ਤਨਖਾਹ ਇੱਕ ਦਿਨ ਵੀ ਲੇਟ ਹੋ ਜਾਈਏ ਤਾਂ ਕਿਸ ਤਰ੍ਹਾਂ ਦੇ ਹਾਲਾਤ ਕਰਦੇ ਹੋ ਜਾਂਦੇ ਨੇ ਦੱਸਣ ਦੀ ਜ਼ਰੂਰਤ ਨਹੀਂ ਹੈ। ਕਿਸ ਤਰ੍ਹਾਂ ਮੰਗ ਕੀਤੀ ਹੈ, ਕਿਸ ਤਰ੍ਹਾਂ ਦੀ ਨਾਰਾਜ਼ਗੀ ਹੈ ਸਰਕਾਰ ਤੋਂ, ਆਓ ਮਾਰਦੇ ਹਾਂ ਇਸ ਪੂਰੀ ਖਬਰ ਤੇ ਨਜ਼ਰ। ਸਟ੍ਰਾਈਕ ਕਰਨ ਦਾ ਮੇਨ ਮਕਸਦ ਕੀ? ਅੱਜ ਸਰ ਸਟ੍ਰਾਈਕ ਕਰਨ ਦਾ ਮੇਨ ਮਕਸਦ ਇਹੋ ਹੀ ਹੈ, ਠੇਕੇਦਾਰੀ ਸਿਸਟਮ ਦੇ ਅੰਦਰ ਵਰਕਰਾਂ ਦਾ ਪੂਰਾ ਸ਼ੋਸ਼ਣ ਕੀਤਾ ਜਾ ਰਿਹਾ। ਘੱਟ ਤਨਖਾਹਾਂ ਪਰ ਇਹਨਾਂ ਕੋਲੋਂ ਪੱਕੇ ਬਰਾਬਰ ਕੰਮ ਲਿਆ ਜਾ ਰਿਹਾ। ਸਾਡੀ ਸਰਕਾਰ ਕੋਲੋਂ ਪਹਿਲਾਂ ਹੀ ਸ਼ੁਰੂ ਤੋਂ ਇਹੋ ਮੰਗ ਚੱਲਦੀ ਆਣ ਡਈ ਹੈ ਕਿ ਬਰਾਬਰ ਕੰਮ ਬਰਾਬਰ ਤਨਖਾਹ, ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ। ਹੁਣ ਵੇਖੋ ਨਵੀਂ ਸਰਕਾਰ ਆਈ ਹੈ, 2-2 ਮਹੀਨਿਆਂ ਦੀ ਤਨਖਾਹ ਸਾਡੀ ਲੇਟ ਹੋ ਗਈ ਹੈ। ਸਾਡੀ ਮਾਨ ਸਾਹਿਬ ਸਰਕਾਰ ਕੋਲੋਂ ਇਹੋ ਹੀ ਬੇਨਤੀ ਹੈ, ਕਿਉਂਕਿ ਮਾਨ ਸਾਹਿਬ ਨੇ ਪਹਿਲਾਂ ਹੀ ਆਂਦੇ ਵਾਅਦਾ ਕੀਤਾ ਸੀ ਮੈਨੂੰ ਜਿੱਥੋਂ ਚੰਗੀ ਪਾਲਿਸੀ ਮਿਲੇਗੀ ਮੈਂ ਉਹ ਅਡਾਪਟ ਕਰਾਂਗਾ। ਐਜੂਕੇਸ਼ਨ ਦੀ ਪਾਲਿਸੀ, ਹੈਲਥ ਦੀ ਪਾਲਿਸੀ ਮਾਨ ਸਾਹਿਬ ਦਿੱਲੀ ਤੋਂ ਲੈ ਕੇ ਆਏ ਆ। ਸਾਡੀ ਉਹਨਾਂ ਅੱਗੇ ਬੇਨਤੀ ਹੈ ਕਿ ਟਰਾਂਸਪੋਰਟ ਦੀ ਪਾਲਿਸੀ ਆਪਣੇ ਨਾਲ ਲੱਗਦੀ ਸਟੇਟ ਹਿਮਾਚਲ ਟਰਾਂਸਪੋਰਟ ਚੋਂ ਲੈ ਲੈਣ। ਉੱਥੇ 2 ਸਾਲ ਵਾਲੇ ਬੰਦੇ ਕੰਟਰੈਕਟ ਵਾਲੇ ਨਾਲ ਵਾਲੀ ਮਹਿਕਮਿਆਂ 'ਚ ਮਰਜ ਕੀਤੇ ਜਾਂਦੇ ਆ ਤੇ ਠੇਕੇਦਾਰੀ ਸਿਸਟਮ ਉੱਥੇ ਬਿਲਕੁਲ ਖਤਮ ਕਰ ਦਿੱਤਾ ਗਿਆ। ਤੇ ਸਾਡੀ ਸਰਕਾਰ ਅੱਗੇ ਇਹੋ ਬੇਨਤੀ ਹੈ, ਜਿਹੜੇ ਵਰਕਰ 24 ਘੰਟੇ ਦਿਨ ਰਾਤ ਸੜਕਾਂ ਤੇ ਕੰਮ ਕਰ ਰਹੇ ਆ, ਇਹਨਾਂ ਦੀ ਤਨਖਾਹਾਂ ਸਮੇਂ ਸਿਰ ਪਾਈਆਂ ਜਾਣ ਤੇ ਇਹਨਾਂ ਨੂੰ ਮਹਿਕਮੇ ਅੰਦਰ ਪੱਕਾ ਕੀਤਾ ਜਾਵੇ ਤਾਂ ਜੋ ਇਹ ਆਪਣੇ ਬੱਚਿਆਂ ਦਾ ਸਹੀ ਤਰੀਕੇ ਨਾਲ ਪਾਲਣ ਪੋਸ਼ਣ ਕਰ ਸਕਣ। ਠੀਕ ਹੈ। ਪ੍ਰਦਰਸ਼ਨ ਕਰ ਰਹੇ ਹੋ, ਕੀ ਵਜ੍ਹਾ? ਪ੍ਰਦਰਸ਼ਨ ਇਹ ਹੈ ਜੀ, ਜਦੋਂ ਪੰਜਾਬ ਸਰਕਾਰ ਸੱਤਾ ਦੇ ਵਿੱਚ ਆਈ ਸੀ ਉਦੋਂ ਸਰਕਾਰ ਨੇ ਬੜੇ ਤਗੜੇ ਵਾਅਦੇ ਕੀਤੇ ਸੀ ਕਿ ਪਹਿਲੀ ਕੈਬਨਿਟ ਦੇ ਵਿੱਚ ਜਿਹੜੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਦੇਵਾਂਗੇ ਤੇ ਹੁਣ ਪੱਕੇ ਕਰਨ ਦੀ ਤਾਂ ਬੜੀ ਦੂਰ ਦੀ ਗੱਲ ਆ ਵੀ ਪੰਜਾਬ ਸਰਕਾਰ ਕੋ ਜਿਹੜੇ ਕੱਚੇ ਕੰਮ ਆ ਪੰਜਾਬ ਰੋਡਵੇਜ਼ ਤੇ ਪਨਬੱਸ ਤੇ ਪੀਆਰਟੀਸੀ ਦੇ ਵਿੱਚ ਉਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਪਾ ਜਾ ਰਹੀਆਂ। ਹੁਣ ਅੱਜ ਦੇ ਦਿਨੋਂ ਤੁਸੀਂ ਵੀ ਅੱਜ 21 ਤਰੀਕ ਹੋ ਗਈ ਆ, ਅਜੇ ਕਿਸੇ ਕੰਮ ਦੀ ਤਨਖਾਹ ਨਹੀਂ ਆਈ। ਸਰਕਾਰ ਨੂੰ ਬਾਰ-ਬਾਰ ਬੇਨਤੀ ਕਰਨ ਦੇ ਪ੍ਰੈਸ ਨੋਟ ਦੇ ਕੇ ਵੀ ਸਰਕਾਰ ਨੂੰ ਵੇਖ ਲਿਆ, ਪਰ ਸਰਕਾਰ ਇਹ ਤੇ ਆਕਾਚਨੀ ਕਰ ਰਹੀ ਹੈ ਵੀ ਸਰਕਾਰ ਸਾਡੇ ਵੱਲ ਧਿਆਨ ਨਹੀਂ ਦੇ ਰਹੀ। ਸਰਕਾਰ ਨੂੰ ਅਸੀਂ ਅਪੀਲ ਪਹਿਲਾਂ ਵੀ ਕੀਤੀ ਸੀ, 14 ਤਰੀਕ ਨੂੰ ਸਾਡੀ ਮੀਟਿੰਗ ਹੋਈ ਸੀ ਜਲੰਧਰ ਵਿਖੇ, ਜਿਹਦੇ ਵਿੱਚ 29 ਡੀਪੋਆਂ ਨੇ ਫੈਸਲਾ ਲਿਆ ਸੀ ਕਿ ਜੇ 20 ਤਰੀਕ ਤੋਂ ਪਹਿਲਾਂ ਸਾਡੀ ਤਨਖਾਹ ਆਈ ਦੀ ਠੀਕ ਆ, ਨਹੀਂ ਤਾਂ 21 ਤਰੀਕ ਨੂੰ 2 ਘੰਟੇ ਬੱਸ ਸਟੈਂਡ ਬੰਦ ਕਰਕੇ ਤੇ ਆਉਣ ਵਾਲੀ 23 ਤਰੀਕ ਦੇ ਵਿੱਚ ਅਸੀਂ ਪੂਰੇ ਬੱਸ ਸਟੈਂਡ ਬੰਦ ਕਰਕੇ ਤੇ ਨਾਲ ਹੀ ਅਨਮਿੱਥੇ ਸਮੇਂ ਦੀ ਹੜਤਾਲ ਕਰਾਂਗੇ। ਕਿੰਨੀ ਦੇਰ ਦੀ ਪੈਂਡਿੰਗ ਹੈ ਤਨਖਾਹ? ਤਨਖਾਹ ਦੇਖੋ ਜੀ, 1 ਮਹੀਨੇ ਦੀ ਪੈਂਡਿੰਗ ਹੋ ਗਈ ਤੇ ਦੂਜਾ ਮਹੀਨਾ ਵੀ ਹੋ ਗਿਆ ਨਾਲ ਹੀ। 1 ਮਹੀਨੇ ਦੀ ਪੈਂਡਿੰਗ ਹੋ ਗਈ, ਦੂਜਾ ਮਹੀਨਾ ਨਾਲ ਹੀ ਆ ਗਿਆ ਫਿਰ ਉੱਪਰ। ਖਬਰ ਲੈਂਦੇ ਹੁਸ਼ਿਆਰਪੁਰ ਤੋਂ। ਅੱਜ ਪੂਰੇ ਪੰਜਾਬ ਦੇ ਵਿੱਚ ਹੀ ਪਨਬੱਸ ਤੇ ਪੀਆਰਟੀਸੀ ਦੇ ਕਰਮਚਾਰੀਆਂ ਵੱਲੋਂ ਬਕਾਇਦਾ ਤੌਰ ਤੇ ਨਾਰਾਜ਼ਗੀ ਦਾ ਇਜ਼ਹਾਰ ਕੀਤਾ ਹੈ। ਤਨਖਾਹ ਦੀ ਸਮੇਂ ਸਿਰ ਅਦਾਇਗੀ ਨਾ ਹੋਣ ਤੇ ਇਹਨਾਂ ਨੇ ਬਕਾਇਦਾ ਤੌਰ ਤੇ ਸਰਕਾਰ ਨੂੰ ਘੇਰਿਆ ਹੈ। ਹੁਸ਼ਿਆਰਪੁਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ, ਵੇਖੋ ਪੂਰੀ ਖਬਰ।
ਭਾਜੀ ਅੱਜ ਬੰਦ ਦਾ ਕਾਰਨ ਦੇਖੋ ਜੀ, ਮੇਰਾ ਨਾਮ ਰਮਿੰਦਰ ਸਿੰਘ, ਪੰਜਾਬ ਰੋਡ ਹੁਸ਼ਿਆਰਪੁਰ ਡਿਪੂ ਪਨ ਬੱਸ ਕੰਟਰੈਕਟਰ ਯੂਨੀਅਨ ਬਰਾਜ ਦਾ ਮੈਂ ਪ੍ਰਧਾਨ ਹਾਂ ਜੀ। ਅੱਜ ਬੰਦ ਦਾ ਕਾਰਨ ਇਹ ਆ ਕਿ ਪਿਛਲੇ 2 ਮਹੀਨਿਆਂ ਤੋਂ ਸਾਨੂੰ ਤਨਖਾਹਾਂ ਨਹੀਂ ਮਿਲ ਰਹੀਆਂ। ਤਨਖਾਹਾਂ ਹਰੇਕ ਵਾਰ ਸਾਨੂੰ ਸੰਘਰਸ਼ ਕਰਕੇ ਲੈਣੀ ਪੈਂਦੀ ਆ। ਪਿਛਲੀ ਵਾਰ ਵੀ ਅਸੀਂ 2 ਦਿਨ ਡਿਪੂ ਬੰਦ ਕਰਕੇ ਸਾਡਾ 1000 ਰੁਪਈਆ ਕੱਟ ਕੇ ਸਾਨੂੰ ਤਨਖਾਹ ਲੈਣੀ ਪਈ। ਨਵੀਂ ਸਰਕਾਰ ਆਉਣ ਦੇ ਨਾਲ ਬਹੁਤ ਆਸ ਕਰਾਈਆਂ ਲਾਈਆਂ ਸੀ ਕਿ ਸਾਡੀ ਸੁਣੀ ਜਾਊਗੀ, ਪਰ ਨਹੀਂ, ਉਸ ਤੋਂ ਵੀ ਬੱਤਰ ਹਾਲਾਤ ਹੋ ਗਏ ਸਾਡੇ। ਟਰਾਂਸਪੋਰਟ ਮੰਤਰੀ, ਜਿਹਨੂੰ 1 ਰੁਪਈਏ ਦਾ ਨਹੀਂ ਪਤਾ ਵੀ ਟਰਾਂਸਪੋਰਟ ਕਿੱਦਾਂ ਚਲਾਈ ਜਾਂਦੀ, ਕਿੱਦਾਂ ਨਹੀਂ ਚਲਾਈ ਜਾਂਦੀ। ਟਰਾਂਸਪੋਰਟ ਡਾਇਰੈਕਟਰ, ਜਿਹੜੇ ਕਿ ਬਜਟ ਹੋਰ ਰਿਲੀਜ਼, ਪੈਟਰੋਲ ਦਾ, ਲੁਬਰੀਕੈਂਟ ਦਾ, ਸਾਰੇ ਬਜਟ ਰਿਲੀਜ਼ ਹੁੰਦੇ, ਪਰ ਤਨਖਾਹਾਂ ਵਾਰੀ ਸਾਡੇ ਵਾਸਤੇ ਜਨਾਨੀਆਂ ਦੇ ਪੈਸੇ ਨਹੀਂ ਆ ਰਹੇ, ਉਹ ਨਹੀਂ ਆ ਰਿਹਾ। ਇਸ ਕਰਕੇ ਸਾਨੂੰ ਇਹ ਸੰਘਰਸ਼ ਕਰਨਾ ਪੈ ਰਿਹਾ। ਅੱਜ 2 ਘੰਟੇ ਦਾ ਬੱਸ ਸਟੈਂਡ ਬੰਦ ਇਸੇ ਕਰਕੇ ਅਸੀਂ ਕੀਤਾ ਕਿਉਂਕਿ ਸਾਡੀਆਂ ਤਨਖਾਹਾਂ ਨਹੀਂ ਆਈਆਂ, 2 ਮਹੀਨੇ ਹੋ ਗਏ। ਦੂਜੀ ਗੱਲ ਇਹ ਆ ਕਿ ਫ੍ਰੀ ਸਫ਼ਰ ਸਹੂਲਤ ਨੇ ਧੂੰਆਂ ਇੰਨਾ ਕੁ ਕੱਢਦਾ ਰੋਡਵੇਜ਼ ਦਾ ਕਿ ਸਾਡੇ ਡਿਪੂ ਦੇ ਵਿੱਚ ਪੈਂਚਰ ਲਵਾਉਣ ਵਾਸਤੇ 500 ਰੁਪਏ ਦਾ ਬਿੱਲ ਨਹੀਂ ਪਾਸ ਹੋ ਰਿਹਾ। 1 ਮਹੀਨਾ ਹੋ ਗਿਆ ਉਸ ਗੱਡੀ ਦਾ ਟਾਇਰ ਦੁਕਾਨ ਤੇ ਪਏ ਨੂੰ, ਉਹ ਲੈ ਕੇ ਆਉਣ ਵਾਸਤੇ 500 ਰੁਪਏ ਨਹੀਂ ਹੈਗਾ। ਫਿਰ ਸਾਡੇ ਅਧਿਕਾਰੀ ਕਹਿੰਦੇ ਆ ਕਿ ਤੁਸੀਂ ਜਿਸ ਤੋਂ ਰੋਟੀ ਖਾਂਦੇ ਉਹਦਾ ਪਿੱਟ ਸਿਆਪਾ ਨਾ ਕਰੋ, ਉਹਦਾ ਇਹ ਮੀਡੀਆ 'ਚ ਕਰੋ ਨਾ ਵੀ ਇਹ ਸਾਨੂੰ ਇੱਦਾਂ। ਚਲੋ ਠੀਕ ਆ, ਜਿੱਥੋਂ ਅਸੀਂ ਰੋਟੀ ਖਾਂਦੇ ਆ ਫਿਰ ਸਾਨੂੰ ਰੋਟੀ ਤਾਂ ਦਿਓ। ਤੁਸੀਂ ਸਾਡੀ ਥਾਲੀ ਖੋਈ ਜਾਂਦੇ, ਜਿਸ ਥਾਲੀ 'ਚ ਹੈ ਹੀ ਨਹੀਂ ਕੁਛ, ਤੁਸੀਂ ਲੈ ਕੇ ਆਓ। ਜਨਾਨੀਆਂ ਨੇ ਫ੍ਰੀ ਸਫ਼ਰ ਸਹੂਲਤ ਦਾ ਸਾਡਾ ਘੱਟੋ ਘੱਟ ਸਾਡਾ 1 ਕਰੋੜ ਰੁਪਈਆ ਬਣਿਆ, ਜਿਹੜਾ ਸਾਨੂੰ ਨਹੀਂ ਮਿਲਿਆ। 1 ਕਰੋੜ ਰੁਪਈਆ ਦੇਣ ਵਾਲਾ ਪਿਆ ਪੈਟਰੋਲ ਦਾ, ਡੀਜ਼ਲ ਦਾ, ਜਿਹੜਾ ਹਾਲੇ ਤੱਕ ਨਹੀਂ ਦਿੱਤਾ, ਤੇ ਸਾਨੂੰ ਤਨਖਾਹਾਂ ਕਿੱਥੋਂ ਦੇਣਗੇ? ਕੀ ਲੱਗਦਾ ਆ ਇਹ ਜਿਹੜਾ ਜਨਾਨੀਆਂ ਦਾ ਸਫ਼ਰ ਵਧੀਆ ਕਰਾਇਆ ਉਹਦੇ ਕਾਰਨ ਇਹ ਇਸ ਦੇਖੋ ਜੀ, ਅਸੀਂ ਇਸ ਸਫ਼ਰ ਸਹੂਲਤ ਨੂੰ ਅਸੀਂ ਵਿਰੋਧ ਨਹੀਂ ਕਰਦੇ। ਠੀਕ ਆ, ਸਰਕਾਰ ਨੇ ਸਹੂਲਤ ਦਿੱਤੀ ਸੀ, ਕੈਪਟਨ ਨੇ ਸਹੂਲਤ ਦਿੱਤੀ ਸੀ, ਪਰ ਇਹਦਾ ਪੈਸਾ ਲਗਾਤਾਰ ਆਉਣਾ ਚਾਹੀਦਾ ਜੀ। ਜੇ ਪੈਸਾ ਨਾ ਆਊਗਾ, ਮੰਨ ਲਓ ਇੱਕ ਮਹਿਕਮਾ ਚੱਲਦਾ ਆ, A to Z ਸਰਕਾਰੀ ਜਿਹੜੀ ਰੋਡਵੇਜ਼ ਦੀ ਗੱਡੀ ਹੋਈ, ਉਹਦਾ A to Z ਖਰਚਾ ਪੈਂਦਾ ਹੈ ਜੀ। 24 ਰੁਪਏ ਕੁਛ ਪੈਸੇ ਉਹਦਾ ਖਰਚਾ ਆ, ਪਲੱਸ ਤਨਖਾਹਾਂ ਪਾ ਕੇ। ਸਾਡੇ ਡਿਪੂ ਦਾ 1 ਕਰੋੜ ਦਾ ਬੈਠਿਆ ਇਕੱਲਾ ਤਨਖਾਹ ਦਾ, ਜਦ ਕਿ ਸਾਡੇ ਡਿਪੂ ਦੀ ਇਨਕਮ ਰਹਿ ਗਈ ਆ 2 ਲੱਖ ਪਲੱਸ 3 ਲੱਖ ਰੁਪਈਆ, ਤੇ 8.5 ਲੱਖ ਦਾ ਡੇਲੀ ਡੀਜ਼ਲ ਲੱਗਦਾ ਆ। ਅਸੀਂ ਕਿੱਥੋਂ ਪੂਰਾ ਕਰਾਂਗੇ ਜੇ ਸਰਕਾਰ ਸਾਨੂੰ ਜਨਾਨੀਆਂ ਦੇ ਪੈਸੇ ਨਹੀਂ ਦੇਊਗੀ? ਜਿਹੜਾ ਆਊਟਸੋਰਸ ਦਾ ਕਹਿੰਦੇ ਸੀ, ਦੇਖੋ ਜੀ, ਆਊਟਸੋਰਸ ਤੇ ਸਾਨੂੰ 16 ਸਾਲ ਹੋ ਗਏ ਭਰਤੀ ਹੋਏ ਨੂੰ। ਸਰਕਾਰ ਫੇਰ ਦੁਬਾਰਾ ਆਊਟਸੋਰਸ ਤੇ ਭਰਤੀ ਕਰ ਰਹੀ ਆ, ਜਿਹਦਾ ਅਸੀਂ ਸਖਤ ਵਿਰੋਧ ਕਰਦੇ ਹਾਂ। ਇਸੇ ਸਰਕਾਰ ਤੇ ਮੰਤਰੀ, ਟਰਾਂਸਪੋਰਟ ਮੰਤਰੀ ਸਾਡੇ ਵਿੱਚ ਆਣ ਕੇ ਬਹਿੰਦਾ ਹੁੰਦਾ ਸੀ ਤੇ ਕਹਿੰਦਾ ਹੁੰਦਾ ਸੀ ਕਿ ਅਸੀਂ ਆਊਟਸੋਰਸ ਤੇ ਕਦੀ ਭਰਤੀ ਨਹੀਂ ਕਰਾਂਗੇ, ਪਰ ਉਹਦੇ ਉਲਟ ਇਹਨਾਂ ਨੂੰ ਛਿੱਕੇ ਟਾਂਕੇ ਆਊਟਸੋਰਸ ਤੇ ਭਰਤੀ ਕੀਤੀ ਜਾ ਰਹੀ ਆ। ਉਸ ਦੇ ਬਾਵਜੂਦ ਕਨੈਕਟਰ ਤੋਂ 1.5 ਲੱਖ ਰੁਪਈਆ ਤੇ ਡਰਾਈਵਰ ਤੋਂ 80,000 ਰੁਪਈਆ ਮੰਗ ਕੀਤੀ ਜਾ ਰਹੀ ਹੈ। ਕਰਪਸ਼ਨ ਕਰ ਰਹੇ ਆ ਇਸ ਭਰਤੀ ਦੇ ਵਿੱਚ। ਮੰਗ ਕਰ ਰਿਹਾ ਠੇਕੇਦਾਰ, ਜਿਹੜਾ ਇਹਨਾਂ ਨੇ ਠੇਕੇਦਾਰ ਰੱਖਿਆ ਜੀ, ਜੇ ਉਸ ਠੇਕੇਦਾਰ ਨੂੰ ਬਾਹਰ ਕੱਢਿਆ ਜਾਵੇ, ਸਰਕਾਰ ਨੂੰ ਪਲੱਸ 20 ਕਰੋੜ ਰੁਪਈਆ ਸਾਲ ਦਾ 100 ਪਲੱਸ ਮਹੀਨੇ ਦਾ 20 ਕਰੋੜ ਰੁਪਈਆ ਬਚਦਾ ਆ GST, ਜਿਹੜਾ ਸਾਡਾ ਜਾਂਦਾ ਆ ਉਸ ਠੇਕੇਦਾਰ ਵਿੱਚ ਰੱਖਣ ਕਾਰਨ। ਕਿੰਨੀ ਦੇਰ ਦੀ ਸਟ੍ਰਾਈਕ ਹੈ ਤੁਹਾਡੀ? ਇਹ ਸਾਡੀ ਸਟ੍ਰਾਈਕ ਆ 2 ਘੰਟੇ ਦੀ। ਜੇ ਸਾਡੀਆਂ ਤਨਖਾਹਾਂ ਨਾ ਪਈਆਂ, ਅਸੀਂ ਲਗਾਤਾਰ ਜਾਰੀ ਰੱਖਾਂਗੇ ਜੀ। ਖਬਰ ਲੈਂਦੇ ਮੋਗੇ ਤੋਂ। ਵੱਡੇ ਦਿੱਗਜ ਇੰਜੀਨੀਅਰਾਂ ਨੂੰ ਵੀ ਇਸ ਨੌਜਵਾਨ ਨੇ ਮਾਤ ਪਾਈ ਹੈ। ਕਿੰਨੇ ਸਿਸਟਮੈਟਿਕਲੀ ਇਸ ਨੌਜਵਾਨ ਨੇ ਇੱਕ ਬਾਈਕ ਦਾ ਇਸਤੇਮਾਲ ਕੀਤਾ ਹੈ, ਉਹਨੂੰ ਕਿਸ ਤਰ੍ਹਾਂ ਸਵਾਰਿਆ, ਕਿਸ ਤਰ੍ਹਾਂ ਮਤਲਬ ਆਪਣੀ ਸੋਚ ਲਗਾ ਕੇ। ਸਲਾਮ ਕਰਦੇ ਹਾਂ ਜੀ ਇਸ ਬੱਚੇ ਦੀ ਸੋਚ ਨੂੰ। ਹੁਣ ਤੁਸੀਂ ਉਤਾਵਲੇ ਹੋਏ ਹੋਵੋਗੇ ਕਿ ਇਹੋ ਜਿਹਾ ਇਸ ਲੜਕੇ ਨੇ ਕੀ ਬਣਾ ਦਿੱਤਾ ਹੈ ਕਿ ਜਿਸ ਦੀ ਤਾਰੀਫ ਦੇ ਵਿੱਚ ਇਹ ਸਾਰੇ ਸ਼ਬਦ ਬੋਲੇ ਗਏ ਨੇ। ਜਦੋਂ ਮਾਲਕ ਦਿਮਾਗ ਦਿੰਦਾ ਹੈ ਤਾਂ ਫਿਰ ਉਸ ਤੋਂ ਕੰਮ ਵੀ ਉਹ ਖੁਦ ਲੈ ਲੈਂਦਾ ਹੈ। ਅੱਜ ਬਹੁਤ ਸਾਰੇ ਬੱਚੇ ਕੁਰਾਹੇ ਪਏ ਹੋਏ ਨੇ। ਇਸ ਨੌਜਵਾਨ ਨੇ ਆਪਣੇ ਦਿਮਾਗ ਦਾ ਇਸਤੇਮਾਲ ਕੀਤਾ ਹੈ ਔਰ ਇੱਕ ਇਹੋ ਜਿਹਾ ਯੰਤਰ, ਇਹੋ ਜੀ ਚੀਜ਼ ਇਸਨੇ ਮਤਲਬ ਬਣਾ ਦਿੱਤੀ ਹੈ ਕਿ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ। ਉਤਾਵਲੇ ਹੋਵੋਗੇ ਨਾ, ਦੇਖੋ ਤੁਸੀਂ ਵੀ।
ਜਦੋਂ ਇੱਕ ਮੋਟਰਸਾਈਕਲ ਤਿਆਰ ਕੀਤਾ ਜਾਮਾ ਮੋਟਰਸਾਈਕਲ, ਕੋਈ ਟਾਈਮ ਸੀਗਾ ਜਦੋਂ ਜਾਮਾ ਮੋਟਰਸਾਈਕਲ ਤੇ ਜਿਹੜੇ ਬਾਂਸਰੀਆਂ ਨਾਲ ਆਵਾਜ਼ ਦੂਰ ਤੱਕ ਜਿਹੜੀ ਜਾਂਦੀ ਸੀ, ਤੇ ਆ ਜਿਹੜਾ ਜਾਮਾ ਬਿਨਾਂ ਬਾਂਸਰੀਆਂ ਤੋਂ ਬਿਨਾਂ ਆਵਾਜ਼ਾਂ ਤੋਂ, ਕੀ ਇਹਦੇ ਚ ਖਾਸੀਅਤ? ਇਹ 'ਚ ਖਾਸੀਅਤ ਹੈ ਜੀ, ਇੱਕ ਤਾਂ ਤਿਆਰ ਕੀਤਾ ਮੋਟਰਸਾਈਕਲ ਇਲੈਕਟ੍ਰਿਕ ਆਪਾਂ ਨੂੰ ਸਭ ਨੂੰ ਪਤਾ ਕਿ ਗਵਰਨਮੈਂਟ ਆ ਪ੍ਰਮੋਟ ਕਰ ਰਹੀ ਆ, ਇਸ ਦਾ ਕੋਈ ਪੋਲਿਊਸ਼ਨ ਨਹੀਂ ਹੁੰਦਾ, ਇਹ ਵਾਤਾਵਰਨ ਵਾਸਤੇ ਕੋਈ ਵੀ ਨੁਕਸਾਨਦਾਇਕ ਨਹੀਂ ਆ, ਬਿਲਕੁਲ ਸੇਫ ਆ। ਅਤੇ ਇਹਦੇ ਵਿੱਚ ਮੇਨ ਪਹਿਲਾਂ ਮੋਟਰਸਾਈਕਲ ਇੰਜਨ ਨਾਲ ਚੱਲਦੇ ਸੀ, ਯਾਮਾ ਬਹੁਤ ਮਸ਼ਹੂਰ ਸੀ ਕਿਸੇ ਟਾਈਮ ਦੇ ਵਿੱਚ, ਉਸੇ ਨੂੰ ਮੈਂ ਦੁਬਾਰਾ ਮੋਡੀਫਿਕੇਸ਼ਨ ਕਰਕੇ ਉਹਦੇ ਚੇਂਜਸ ਕਰਕੇ ਆਪਣੇ ਵੱਲੋਂ ਇਲੈਕਟ੍ਰਿਕ ਕਰਤਾ, ਅਤੇ ਜੋ ਕਿ ਨਾ ਤਾਂ ਕਿਸੇ ਤਰ੍ਹਾਂ ਦਾ ਪ੍ਰਦੂਸ਼ਣ ਨਾ ਸਾਊਂਡ, ਬਿਲਕੁਲ ਸਾਊਂਡਲੈਸ ਤਿਆਰ ਕੀਤਾ ਹੈ ਜੀ। ਇਹਦੀ ਜਿਹੜੀ ਰੇਂਜ ਆ ਇੱਕ ਵਾਰ ਚਾਰਜ ਕਰਨ 'ਤੇ 200 ਕਿਲੋਮੀਟਰ ਤੱਕ ਚਲਾ ਜਾਂਦਾ, ਅਤੇ ਸਿਰਫ ਇਸ 'ਤੇ ਜਿਹੜੀ ਚਾਰਜਿੰਗ ਟਾਈਮ ਆ ਜੀ 4 ਘੰਟੇ ਲੱਗਦੇ ਆ। ਇਹ ਕਿੰਨੇ ਚਿਰ 'ਚ ਤਿਆਰ ਕੀਤਾ ਜਿਹੜਾ? ਇਹ ਮੈਂ ਤਿਆਰ ਕੀਤਾ ਜੀ ਘੱਟ ਤੋਂ ਘੱਟ ਇਸ 'ਤੇ ਮੈਨੂੰ ਲੱਗ ਗਿਆ ਜੀ ਇੱਕ ਮਹੀਨਾ ਦਾ ਟਾਈਮ ਲੱਗ ਗਿਆ ਜੀ ਇਸ ਨੂੰ ਤਿਆਰ ਕਰਨ 'ਤੇ। ਬਾਕੀ ਮੈਂ ਹੋਰ ਵੀ ਤਿਆਰ ਕੀਤੇ ਆ, ਜ਼ਿਆਦਾਤਰ ਤਿਆਰ ਮੋਟਰਸਾਈਕਲ ਇੱਕ ਹਫ਼ਤੇ 'ਚ ਹੋ ਜਾਂਦਾ, ਅਤੇ ਪਰ ਇਸ ਦੀ ਰੇਂਜ ਉਹਨਾਂ ਤੋਂ ਸਭ ਤੋਂ ਜ਼ਿਆਦਾ ਆ। ਪਹਿਲਾਂ ਵਾਲੇ ਤਿਆਰ ਕੀਤੇ ਜਿਹੜੇ ਉਹ 100 ਕਿਲੋਮੀਟਰ ਵਾਟ 150 ਕਿਲੋਮੀਟਰ ਵਾਟ ਤੱਕ ਮੇਰੇ ਚੱਲਦੇ ਸੀ, ਪਰ ਇਹ ਪਹਿਲਾਂ ਮੋਟਰਸਾਈਕਲ ਜਿਹੜਾ 200 ਕਿਲੋਮੀਟਰ ਵਾਟ ਤੱਕ ਜਾਂਦਾ। ਇਹਦੇ 'ਚ ਖਾਸੀਅਤ ਕੀ ਆ, ਜਿਹੜੀ ਵੱਖਰੀ ਚੀਜ਼ ਕੀ ਲਾਈ ਗਈ ਹੈ? ਇਹ 'ਚ ਵੱਖਰੀ ਚੀਜ਼ ਹੈ ਜਿਹੜੀ ਬੈਟਰੀ ਆ ਅਤੇ ਲੁੱਕ ਆ, ਖੁਦ ਦੀ ਡਿਜ਼ਾਈਨ ਕੀਤੀ ਹੋਈ ਹੈ ਜੀ। ਅਤੇ ਜਿਹੜੀ ਇਹਨੂੰ ਡਿਜ਼ਾਈਨ ਕੀਤਾ 200 ਕਿਲੋਮੀਟਰ ਵਾਲਾ ਕੋਈ ਵੀ ਮੋਟਰਸਾਈਕਲ ਨਹੀਂ ਆਉਂਦਾ ਜੀ ਮਾਰਕੀਟ ਦੇ ਵਿੱਚ, ਅਤੇ ਸਿਰਫ ਆਪਣਾ ਮੈਂ ਆਪ ਖੁਦ ਤਿਆਰ ਕੀਤਾ ਜਿਹਦੀ ਰੇਂਜ ਜ਼ਿਆਦਾ ਜੀ। ਇਹ ਪਹਿਲਾ ਮੋਟਰਸਾਈਕਲ? ਹਾਂਜੀ, ਆਪਣੇ ਸਾਰੇ ਪੰਜਾਬ ਦੇ ਵਿੱਚ ਲਗਭਗ ਅਦਰ ਸਟੇਟਾਂ 'ਚ ਵੀ ਫਸਟ ਮੋਟਰਸਾਈਕਲ ਆ ਜਿਹੜਾ 200 ਕਿਲੋਮੀਟਰ ਵਾਟ ਤੱਕ ਚੱਲਦਾ ਜੀ। ਨੌਜਵਾਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ? ਮੈਂ ਨੌਜਵਾਨਾਂ ਨੂੰ ਆਹੀ ਅਪੀਲ ਕਰਦਾ ਕਿ ਬਾਹਰ ਜਾਣ ਦਾ ਖਿਆਲ ਛੱਡ ਕੇ ਆਪਾਂ ਆਪਣੇ ਇੱਥੇ ਪੰਜਾਬ ਦੇ ਵਿੱਚ ਕੰਮ ਕਰੀਏ, ਇੱਥੇ ਵੱਧ ਤੋਂ ਵੱਧ ਰੁਜ਼ਗਾਰ ਦਈਏ, ਆਪਾਂ ਕਰ ਸਕਦੇ ਹਾਂ। ਅਦਰ ਕੰਟਰੀ ਵਾਸਤੇ ਵੀ ਆਪਾਂ ਆਪ ਮਿਹਨਤ ਕਰਕੇ ਉਹਨਾਂ ਨੂੰ ਕਾਮਯਾਬ ਕਰ ਰਹੇ ਆ, ਉੱਧਰਲੀਆਂ ਗੌਰਮੈਂਟਸ ਨੂੰ ਟੈਕਸ ਦੇ ਰਹੇ ਆ, ਉਹ ਆਪਾਂ ਇੱਥੇ ਕਰੀਏ, ਵੱਧ ਤੋਂ ਵੱਧ ਰੁਜ਼ਗਾਰ, ਨੌਕਰੀ ਮੰਗਣ ਦੀ ਬਜਾਏ ਨੌਕਰੀ ਦੇਣ ਵਾਲੇ ਬਣੀਏ। ਜਿਵੇਂ ਬੈਟਰੀ ਦੀ ਗੱਲ ਕੀਤੀ ਆ, ਬੈਟਰੀ ਕਿੱਥੋਂ ਲਿਆਂਦੀ, ਕਿਹੜੀ ਕੰਪਨੀ ਦੀ ਹੈ, ਕਿੰਨਾ ਚਿਰ ਕੱਢੂਗੀ ਬੈਟਰੀ ਦੀ ਲਾਈਫ ਟਾਈਮ ਕਿੰਨਾ ਹੋਊਗਾ? ਇਹਦੀ ਬੈਟਰੀ ਹੈ ਜੀ, ਬੈਟਰੀ ਲਿਥੀਅਮ ਫਾਸਫੇਟ ਆ ਜੀ, LFP। ਇਹਦੇ 'ਚ ਫਟਣ ਦੇ ਚਾਂਸ ਨਹੀਂ ਜੀ ਹੁੰਦੇ, ਅਤੇ ਇਹ ਆਪਣੀ ਮੈਂ ਤਿਆਰ ਕਰਾਈ ਹੋਈ ਹੈ ਜੀ ਅੰਬਾਲੇ ਤੋਂ ਬੈਟਰੀ ਤਿਆਰ ਕਰਾਈ ਹੋਈ, ਸਪੈਸ਼ਲ ਆਪਦੀ ਡਿਜ਼ਾਈਨ ਤਿਆਰ ਦਿੱਤਾ ਜੀ ਉਹਨਾਂ ਨੂੰ, ਆਪਦੇ ਪਾਵਰ ਦਿੱਤੀ ਹੋਈ ਆ, ਉਸੇ ਅਨੁਸਾਰ ਉਹਨਾਂ ਨੇ ਤਿਆਰ ਕਰਕੇ ਦਿੱਤੀ ਆ। ਇਸ ਦੀ 3 ਸਾਲ ਦੀ ਗਾਰੰਟੀ ਹੈ ਜੀ ਬੈਟਰੀ ਦੀ, ਪਰ ਇਹਦੀ 5 ਤੋਂ ਲੈ ਕੇ 10 ਸਾਲ ਤੱਕ ਲਾਈਫ ਹੈਗੀ ਹੈ ਜੀ। 200 ਕਿਲੋਮੀਟਰ ਵਾਟ ਚੱਲਦਾ ਐਵਰੇਜ, ਜੇ ਆਪਾਂ ਇਹਨੂੰ ਡੇਲੀ ਇੱਕ ਵਾਰੀ ਵੀ ਚਾਰਜ ਕਰਦੇ ਆ ਤਾਂ ਇਹਦਾ ਸਾਈਕਲ ਜੀ 3250 ਹੁੰਦਾ ਜੀ। ਕਿੰਨਾ ਵਜ਼ਨ ਲੈ ਕੇ ਜਾ ਸਕਦਾ, ਕਿੰਨੀਆਂ ਸਵਾਰੀਆਂ ਢੋ ਸਕਦਾ? ਇਸ 'ਤੇ 3 ਜਾਂ 4 ਸਵਾਰੀਆਂ ਬੈਠ ਜਾਣ ਜੀ, ਆਰਾਮਦਾਰੀ ਨਾਲ ਲੈ ਕੇ ਜਾ ਸਕਦਾ ਜੀ। ਕਿੰਨੀ ਸਪੀਡ ਤੇ ਜਾਂਦਾ? ਸਪੀਡ ਇਹਦੀ 80 ਤੱਕ ਦੀ ਟਾਪ ਸਪੀਡ ਹੈਗੀ ਹੈ ਜੀ, ਅਤੇ ਬਾਕੀ ਜਿਹੜੀ ਆਪਾਂ ਜ਼ਿਆਦਾ ਵਜਨ ਦੇਣਾ ਇਹਦੀ ਸਪੀਡ 'ਤੇ ਕੋਈ ਫਰਕ ਨਹੀਂ ਪੈਂਦਾ ਜੀ, ਇਹਦੀ ਇਕੱਲੀ ਰੇਂਜ 'ਤੇ ਫਰਕ ਪੈਂਦਾ ਇਲੈਕਟ੍ਰਿਕ ਕਰਕੇ। ਜੇਕਰ 200 ਕਿਲੋਮੀਟਰ ਵਾਟ ਚੱਲਦਾ ਤਾਂ 2 ਸਵਾਰੀਆਂ ਲੈ ਕੇ ਜੀ ਇਹ 180-170 ਕਿਲੋਮੀਟਰ ਵਾਟ ਚੱਲ ਜਾਂਦਾ। ਜਿਵੇਂ ਆਪਾਂ ਬੈਟਰੀ ਦੀ ਗੱਲ ਕੀਤੀ ਆ, ਬੈਟਰੀ ਦਾ ਚਾਰਜ ਦਾ ਕਿੱਥੋਂ ਪਤਾ ਲੱਗਦਾ ਵੀ ਇੰਨਾ ਰਹੇਗਾ? ਇਹਦੇ ਵਿੱਚ ਮੀਟਰ ਲੱਗਿਆ ਜੀ, ਤੁਸੀਂ ਦੇਖ ਸਕਦੇ ਆ, ਇਹਦੇ 'ਚ ਬਿਲਕੁਲ ਸਹੀ ਬੈਟਰੀ ਦੱਸਦਾ, ਜਿੱਦਾਂ ਕਿ ਆਪਣੀਆਂ ਇਲੈਕਟ੍ਰਿਕ ਸਕੂਟਰੀਆਂ ਆਉਂਦੀਆਂ ਬੈਟਰੀ ਸਹੀ ਨਹੀਂ ਦੱਸਦੀਆਂ, ਇਹ 99% ਸਹੀ ਬੈਟਰੀ ਦੱਸਦਾ ਜੀ ਆਪਣੀ ਕਿੰਨੀ ਰਹਿ ਗਈ। ਜੇ 10% ਰਹਿ ਗਈ ਤਾਂ 10% ਰਹਿ ਗਈ, ਇੱਕਦਮ ਮੋਬਾਈਲ ਤਰ੍ਹਾਂ। ਕੀ ਨਾਂ ਜੀ ਤੁਹਾਡਾ? ਕਰਮਜੀਤ ਕੌਰ। ਅੱਜ ਬੇਟੇ ਵੱਲੋਂ ਇੱਕ ਮੋਟਰਸਾਈਕਲ ਤਿਆਰ ਕੀਤਾ ਗਿਆ, ਕਈ ਹੋਰ ਵੀ ਮੋਟਰਸਾਈਕਲ ਤਿਆਰ ਕੀਤੇ, ਕੀ ਕਹਿਣਾ ਚਾਹੁੰਦੇ? ਅਸੀਂ ਚਾਹੁੰਦੇ ਜੀ ਸਾਡੇ ਬੇਟੇ ਨੇ ਮੋਟਰਸਾਈਕਲ ਤਿਆਰ ਕੀਤਾ ਅਤੇ ਵੀ ਇਹ ਪੈਟਰੋਲ ਤੋਂ ਬਿਨਾਂ ਚੱਲਦਾ, ਅਤੇ ਵੀ ਪ੍ਰਦੂਸ਼ਣ ਖਤਮ ਕਰਨ ਲਈ ਵੀ ਇਹ ਵਧੀਆ ਚੀਜ਼ ਆ, ਪੈਟਰੋਲ ਨਹੀਂ ਪੈਂਦਾ। ਵਿਦੇਸ਼ਾਂ 'ਚ ਮੁੰਡੇ ਜਾ ਰਹੇ ਆ, ਹਾਂਜੀ। ਇੱਥੇ ਕੰਮ ਚਲਾਇਆ, ਖੁਸ਼ੀ ਹੋ ਰਹੀ ਹੈ ਪੂਰੀ? ਹਾਂਜੀ, ਬਹੁਤ ਖੁਸ਼ੀ ਹੋ ਰਹੀ ਹੈ ਵੀ ਇੱਥੇ ਬੱਚਾ ਕੰਮ ਤੋਰ ਰਿਹਾ ਹੈ, ਸਾਨੂੰ ਕੋਲ ਰਹੂਗਾ ਸਾਡੇ ਬੇਟਾ। ਕੀ ਅਪੀਲ ਕਰਨੀ ਚਾਹੋਗੇ ਅੱਜ ਦੇ ਨੌਜਵਾਨਾਂ ਨੂੰ? ਅੱਜ ਦੇ ਨੌਜਵਾਨਾਂ ਨੂੰ ਅਸੀਂ ਇਹੀ ਕਹਿੰਦੇ ਵੀ ਇਹ ਕੰਮ ਕਿੱਤਾ ਸਿੱਖੋ ਅਤੇ ਇੱਥੇ ਰਹੋ, ਆਪਦਾ ਵਧੀਆ ਵੀ ਰੁਜ਼ਗਾਰ ਤੋਰੋ। ਖਬਰ ਲੈਂਦੇ ਸੰਗਰੂਰ ਤੋਂ। ਕੰਮ ਕਰਾਂਗੇ ਤਾਂ ਲੋਕ ਵੋਟ ਦੇਣਗੇ, ਇਹ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਜੇ ਕੰਮ ਹੀ ਨਹੀਂ ਕਰਾਂਗੇ, ਗੱਲਾਂ ਕਰਾਂਗੇ ਔਰ ਪੰਜਾਬ ਦੇ ਨਾਲ ਧੋਖਾ ਕਰਾਂਗੇ ਤਾਂ ਕੌਣ ਸਾਨੂੰ ਵੋਟਾਂ ਦੇਵੇਗਾ। ਲੋਕ ਬਹੁਤ ਸਿਆਣੇ ਨੇ, ਸਮਝਦੇ ਨੇ ਕਿ 5 ਸਾਲ ਬਾਅਦ ਦੁਬਾਰਾ ਫਿਰ ਦੇਖ ਲਾਂਗੇ। ਲੇਕਿਨ ਇਸ ਸੰਬੰਧ ਵਿੱਚ ਕਿਸ ਨਾਲ ਕੀ ਗੱਲਬਾਤ ਹੋਈ ਹੈ, ਵੇਖਦੇ ਹਾਂ ਖਬਰ। ਮਾਨ ਸਾਹਿਬ ਇੱਧਰ ਆ ਜਾਓ। 23 ਤਰੀਕ ਨੂੰ ਸੰਗਰੂਰ ਦੇ ਵਿੱਚ ਜਿਮਨੀ ਚੋਣ ਹੋਣ ਜਾ ਰਹੀ ਹੈ, ਔਰ ਉਹੀ ਸੰਗਰੂਰ ਦੀ ਸੀਟ ਹੈ ਜਿਹੜੀ 2 ਵਾਰ ਸੰਗਰੂਰ ਦੇ ਸੂਝਵਾਨ ਤੇ ਇਨਕਲਾਬੀ ਲੋਕਾਂ ਨੇ ਮੈਨੂੰ ਲੋਕ ਸਭਾ ਦੇ ਵਿੱਚ ਭੇਜ ਕੇ ਪੂਰੇ ਪੰਜਾਬ ਦੇ ਵਿੱਚ ਇਹ ਮੈਸੇਜ ਦਿੱਤਾ ਸੀ ਕਿ ਪੈਸੇ ਨਾਲ ਨਹੀਂ ਜਿੱਤਿਆ ਜਾ ਸਕਦਾ, ਸਿਰਫ ਤੇ ਸਿਰਫ ਕੰਮ ਕਰਨ ਨਾਲ ਹੀ ਜਿਹੜੇ ਲੋਕ ਨੇ ਉਹ ਵਿਧਾਨ ਸਭਾ ਜਾਂ ਲੋਕ ਸਭਾ 'ਚ ਭੇਜਦੇ ਨੇ। ਸੋ ਪਿਛਲੇ ਕਈ ਦਿਨਾਂ ਤੋਂ ਮੈਂ ਵੀ ਸਾਰੇ ਸੰਗਰੂਰ ਜ਼ਿਲ੍ਹਾ
ਦੇ ਪਿੰਡਾਂ 'ਚ ਜਾ ਰਹੇ ਹਾਂ, ਉਹੀ ਗੱਡੀ ਹੈ, ਉਹੀ ਫੁੱਲ ਨੇ, ਉਹੀ ਨਾਰੇ ਨੇ ਤੇ ਉਹੀ ਰਿਜ਼ਲਟ ਹੋਊਗਾ। ਇੱਕ ਆਮ ਘਰ ਦਾ ਨੌਜਵਾਨ ਗੁਰਮੇਲ ਸਿੰਘ ਜਿਹੜਾ ਕਿ ਸਰਪੰਚ ਹੈ ਘਰਾਚੋ ਪਿੰਡ ਦਾ, ਉਹ ਸਾਡਾ ਉਮੀਦਵਾਰ ਹੈ। ਬਾਕੀ ਸਾਰੇ ਧਨਾੜ ਨੇ ਤੇ ਅਸੀਂ ਪਿਆਰ, ਮੁਹੱਬਤ, ਭਾਈਚਾਰਕ ਸਾਂਝ ਤੇ ਅਸੀਂ ਸਕੂਲਾਂ ਦੇ ਨਾਂ ਤੇ, ਅਸੀਂ ਬਹੁਤ ਵਧੀਆ ਹਸਪਤਾਲ ਮੈਡੀਕਲ ਕਾਲਜਾਂ ਦੇ ਨਾਂ ਤੇ, ਅਸੀਂ ਮੁਫਤ ਬਿਜਲੀ ਦੇ ਨਾਂ ਤੇ, ਅਸੀਂ ਰੋਜ਼ਗਾਰ ਦੇ ਨਾਂ ਤੇ, ਅਸੀਂ ਦੁਕਾਨਦਾਰ ਤੇ ਵਪਾਰੀਆਂ ਦੇ ਵਪਾਰ ਨੂੰ ਹੋਰ ਵਧਾਉਣ ਦੇ ਨਾਂ ਤੇ, ਖੇਤੀ ਨੂੰ ਮੁੜ ਦੁਬਾਰਾ ਲੀਹ ਤੇ ਲਿਆਉਣ ਦੇ ਨਾਂ ਤੇ ਮਜ਼ਦੂਰਾਂ ਨੂੰ ਉਹਨਾਂ ਦਾ ਬਣਦਾ ਹੱਕ ਦਿਵਾਉਣ ਦੇ ਨਾਂ ਤੇ ਲੜ ਰਹੇ ਹਾਂ। ਬਾਕੀ ਸਾਰੇ ਕੋਈ ਕਹਿੰਦਾ ਵੀ ਮੈਨੂੰ ਵੋਟਾਂ ਪਾਓ ਤਾਂ ਐਂ ਹੋ ਜਾਊਗਾ, ਉਹਨੂੰ ਵੋਟਾਂ ਪਾਓਗੇ ਤਾਂ ਐਂ ਹੋ ਜਾਊਗਾ। ਅਸੀਂ ਤਾਂ ਸਿਰਫ ਵਿਕਾਸ ਦੀ ਰਾਜਨੀਤੀ ਕਰਦੇ ਹਾਂ, ਪੋਜ਼ਿਟਿਵ ਰਾਜਨੀਤੀ ਕਰਦੇ ਹਾਂ। ਗੁਰਵੰਤ ਪੰਨੂ ਨੇ ਕੱਲ ਕਾਲੀ ਮਾਤਾ ਦੇ ਮੰਦਿਰ ਜਿਹੜਾ ਲਿਖਿਆ ਗਾ, ਕਈ ਵਾਰ ਉਹ ਹਿਮਾਚਲ 'ਚ, ਪੰਜਾਬ 'ਚ ਖਾਲਿਸਤਾਨ ਬਾਰੇ ਲਿਖਦੇ ਨੇ। ਤੁਹਾਨੂੰ ਲੱਗਦਾ ਨਹੀਂ ਵੀ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਨੇ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ? ਬਹੁਤ ਸਾਰੇ ਅਨਸਰ ਇੱਦਾਂ ਦੇ ਹੈਗੇ ਨੇ ਜਿਹੜੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਇੱਕ ਗੱਲ ਮੈਂ ਪਹਿਲਾਂ ਵੀ ਕਹਿਣਾ, ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ। ਇੱਥੇ ਜਿਹੜਾ ਮਰਜ਼ੀ ਬੀਜ ਦਿਓ ਉਹ ਉੱਗ ਜੂਗਾ, ਪਰ ਇੱਥੇ ਨਫ਼ਰਤ ਦਾ ਬੀਜ ਨਹੀਂ ਉੱਗਦਾ। ਸੋ ਸਾਡੇ ਪੰਜਾਬੀਆਂ ਨੇ ਆਪਸ ਦੇ ਵਿੱਚ ਜੋ ਭਾਈਚਾਰਕ ਸੋਸ਼ਲ ਬੌਂਡਿੰਗ ਦਿਖਾਈ ਹੈ ਉਹ ਬਹੁਤ ਮਜ਼ਬੂਤ ਹੈ। ਉਹਨੂੰ ਕੋਈ ਐਂ ਇੱਕ ਕੰਨ ਤੇ ਕੁਝ ਲਿਖ ਕੇ ਤੋੜਿਆ ਨਹੀਂ ਜਾ ਸਕਦਾ। ਮਾਨ ਸਾਹਿਬ, ਕੱਲ ਦਿੱਲੀ ਦੀ ਸਪੈਸ਼ਲ ਸੈੱਲ ਨੇ 2 ਸ਼ੂਟਰ ਫੜ ਲਏ ਨੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ। ਜੀ ਦੇਖੋ, ਬਹੁਤ ਵੱਡੇ ਪੱਧਰ ਤੇ ਕਾਰਵਾਈ ਚੱਲ ਰਹੀ ਹੈ 3-4 ਸਟੇਟਾਂ ਦੀ ਸਾਡੀ। ਅਸੀਂ ਨਹੀਂ ਚਾਹੁੰਦੇ ਕਿ ਜਿਹੜਾ ਕੋਈ ਬਚ ਕੇ ਜਾਵੇ, ਕਿਉਂਕਿ ਇਹਨਾਂ ਨੇ ਨੈਕਸਸ ਬਣਾ ਲਿਆ 3-4 ਸਟੇਟਾਂ ਦੇ ਵਿੱਚ। ਸੋ ਅਸੀਂ ਸੈਂਟਰ ਨਾਲ ਵੀ ਮਿਲ ਕੇ ਚੱਲ ਰਹੇ ਹਾਂ, ਅਸੀਂ ਰਾਜਸਥਾਨ ਦੀ ਸਰਕਾਰ ਨਾਲ ਮਿਲ ਕੇ ਚੱਲ ਰਹੇ ਹਾਂ, ਉੱਤਰਾਖੰਡ ਤੋਂ ਵੀ ਕੁਝ ਬੰਦੇ ਫੜ ਕੇ ਲੈਂਦੇ ਆ, ਹਰਿਆਣੇ ਨਾਲ ਵੀ ਮਿਲ ਕੇ ਚੱਲ ਰਹੇ ਹਾਂ। ਸੋ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕ ਸੁਰੱਖਿਅਤ ਰਹਿਣ, ਮੇਰੀ ਜ਼ਿੰਮੇਵਾਰੀ ਹੈ। ਔਰ ਲਾਅ ਐਂਡ ਆਰਡਰ ਜਿਹੜਾ ਬਿਲਕੁਲ ਕੰਟਰੋਲ 'ਚ ਹੈ, ਸਥਿਤੀ ਜਮਾ ਕੰਟਰੋਲ 'ਚ ਹੈ। ਬਾਕੀ ਜਿਹੜਾ ਵਿਰੋਧੀ ਪਾਰਟੀਆਂ ਨੇ ਜਿਹੜਾ ਪ੍ਰਚਾਰ ਕਰਨਾ ਹੁੰਦਾ ਉਹ ਉਹਨਾਂ ਨੂੰ ਕਰੀ ਜਾਣ, ਉਹ ਉਹਨਾਂ ਦੀ ਬਖਲਾਹਟ ਹੈ। ਰਾਹੁਲ ਸਬਸਿਡੀ ਤੋਂ ਇਨਕੁਆਇਰੀ ਚੱਲ ਰਹੀ ਹੈ, ਕਾਂਗਰਸ ਵਾਲੇ ਨਰੋਲਾ ਦੇ ਬਾਰੇ ਹੈ ਜੀ। ਅਗਨੀਪਥ ਨੂੰ ਵਾਪਸ ਨਹੀਂ ਲੈਣਗੇ ਸਰ, ਉਹ ਕਹਿੰਦੇ ਅਸੀਂ ਇਹਨੂੰ ਲਾਗੂ ਕਰਾਂਗੇ, 'ਚ ਫਾਇਦਾ ਹੋਊਗਾ ਟਰਮ ਦੇ ਵਿੱਚ। ਮਹਿੰਦਰ ਕਈਆਂ ਨੇ ਕਹਿੰਦਾ ਨੌਕਰੀਆਂ। ਦੇਖੋ, ਤੁਸੀਂ 17 ਸਾਲ ਦੇ ਜਾਓਗੇ, 3-4 ਮਹੀਨੇ ਤੁਹਾਡੀ ਟ੍ਰੇਨਿੰਗ ਹੋ ਜੂਗੀ, ਉਸ ਤੋਂ ਬਾਅਦ 21 ਸਾਲ ਦੇ ਤੁਸੀਂ ਰਿਟਾਇਰ ਹੋ ਕੇ ਆ ਜਾਓਗੇ। ਉਸ ਤੋਂ ਬਾਅਦ ਤੁਸੀਂ ਕੀ ਕਰੋਗੇ? ਕੰਪਨੀਆਂ ਕੰਪਨੀਆਂ ਦੇ ਵਿੱਚ ਜੌਬ ਕਰ ਸਕਦੇ, ਮਤਲਬ ਫਿਰ ਫੌਜ ਦਾ ਮਤਲਬ ਕਿਰਾਏ ਤੇ ਕਰ ਲਈ ਤੁਸੀਂ ਫੌਜ ਦਾ ਮਨੋਬਲ ਟਿਕੋਗੇ ਕਿ ਬਸ 3-4 ਸਾਲ ਆ ਤੇ 3-4 ਮਹੀਨੇ ਦੀ ਟ੍ਰੇਨਿੰਗ ਜਿਹੜੀ ਹੈ ਉਹ ਕਾਫੀ ਨਹੀਂ ਹੈਗੀ। ਜੇ ਤੁਸੀਂ ਉਹਨਾਂ ਨਾਲ, ਚਾਈਨਾ ਨਾਲ ਤੇ ਪਾਕਿਸਤਾਨ ਨਾਲ ਲੜਨਾ, ਜਿਹੜੇ ਬਹੁਤ ਜਿਨ੍ਹਾਂ ਨੇ ਟੈਕਨੋਲੋਜੀ ਆਪਦੀ ਜਿਹੜੀ ਡਿਫੈਂਸ ਦੀ ਅਪਡੇਟ ਕਰ ਰੱਖੀ ਹੈ, ਉਹਨਾਂ ਨਾਲ ਤੁਸੀਂ ਕਿਵੇਂ ਲੜ ਸਕੋਗੇ? ਤੇ ਮੁੜ ਕੇ 21 ਤੋਂ ਬਾਅਦ ਫੌਜ ਦੀ ਵਾਰੀ ਬੋਲ ਰਹੇ 21 ਸਾਲ ਦੇ ਤੁਸੀਂ ਸਾਬਕਾ ਸੈਨਿਕ ਹੋਗੇ, ਔਰ ਸਾਬਕਾ ਸੈਨਿਕ ਵੀ ਨਹੀਂ ਲਿਖ ਸਕਦੇ ਤੁਸੀਂ। ਤੁਹਾਨੂੰ 1 ਸਾਲ 'ਚ ਸਿਰਫ 30 ਛੁੱਟੀਆਂ ਮਿਲਣਗੀਆਂ, ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹ ਸਾਰੇ ਬਰਾਬਰ ਨੇ ਜੀ? ਸੋ ਇਹ ਤਾਂ ਮਤਲਬ ਬਹੁਤ ਗਲਤ ਹੈ। ਅਗਨੀਪਥ ਦਾ ਜਿਹੜਾ ਕਾਨੂੰਨ ਹੈ ਵਾਪਸ ਲੈਣਾ। ਸ਼ਹੀਦ ਭਗਤ ਸਿੰਘ ਨੂੰ ਤੁਸੀਂ ਆਈਡਲ ਮੰਨਦੇ ਹੋ, ਤੁਹਾਡੀ ਪਾਰਟੀ ਆਈਡਲ ਮੰਨਦੀ ਹੈ, ਪਰ ਦੂਸਰੇ ਲੀਡਰ ਉਹ ਕੁਝ ਬਿਆਨ ਦਿੰਦੇ ਨੇ, ਅੱਤਵਾਦੀ ਵੀ ਕਹਿੰਦੇ ਨੇ। ਜੇ ਸ਼ਹੀਦ ਭਗਤ ਸਿੰਘ ਤੇ ਕੋਈ ਸਵਾਲ ਉਠਾਉਂਦਾ ਤਾਂ ਮੇਰੇ ਖਿਆਲ 'ਚ ਇਹ ਤੋਂ ਵੱਧ ਤਾਂ ਕੋਈ ਸ਼ਰਮਨਾਕ ਗੱਲ ਹੋ ਨਹੀਂ ਸਕਦੀ ਕਿ ਦੇਖੋ, ਉਹਨਾਂ ਨੇ ਦੇਸ਼ ਨੂੰ ਯਾਦ ਕਰਾਉਣ ਵਾਸਤੇ ਆਪਣੇ ਘਰ-ਬਾਰ ਛੱਡੇ, ਜਾਨਾਂ ਵਾਰੀਆਂ, ਤੇ ਅੱਜ ਅਸੀਂ ਉਹਨਾਂ ਦੀ ਕੁਰਬਾਨੀਆਂ ਤੇ ਜਿਹੜਾ ਕੁਐਸਚਨ ਉਠਾਵਾਂਗੇ। ਸੋ ਸ਼ਹੀਦ ਆਜ਼ਮ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਰਾਜਗੁਰੂ ਸੁਖਦੇਵ, ਸ਼੍ਰੀ ਊਧਮ ਸਿੰਘ, ਇਹਨਾਂ ਦਾ ਤਾਂ ਦੇਣ ਹੀ ਨਹੀਂ ਦੇ ਸਕਦਾ ਕੋਈ। ਇਹਨਾਂ ਦਾ ਕੋਈ ਮਤਲਬ ਜਿਨ੍ਹਾਂ ਕਰਕੇ ਅਸੀਂ ਅੱਜ ਮੁੱਖ ਮੰਤਰੀ ਹਾਂ, ਜਿਨ੍ਹਾਂ ਕਰਕੇ ਅਸੀਂ MP ਬਣਦੇ ਹਾਂ, MLA ਬਣਦੇ ਹਾਂ, ਪ੍ਰਧਾਨ ਮੰਤਰੀ ਬਣਦੇ ਹਾਂ, ਉਹਨਾਂ ਬਾਰੇ ਸਵਾਲ ਉਠਾਉਣਾ ਤਾਂ ਸ਼ਰਮਨਾਕ ਹੈ। ਬੀਜੇਪੀ ਪਾਰਟੀ ਦੇ ਕਈ ਲੀਡਰ ਜੁਆਇਨ ਕਰ ਰਹੇ ਨੇ, ਕਹਿੰਦੇ ਵਰਕਰਾਂ ਨੂੰ ਪੁੱਛਿਆ ਨਹੀਂ ਗਿਆ, ਸਾਡੇ ਤੇ ਲੀਡਰ ਥੋਪੇ ਜਾ ਰਹੇ ਨੇ ਦੂਜੀ ਪਾਰਟੀਆਂ 'ਚ। ਬੀਜੇਪੀ ਜਿਹੜੀ ਹੈ ਉਹ ਤਾਂ ਜਿਹੜੀ ਹੈ ਫਿਰਕਾਪ੍ਰਸਤੀ ਦੀ ਰਾਜਨੀਤੀ ਕਰਦੀ ਹੈ, ਤੋੜ ਦਿਆਂਗੇ ਜੀ, ਮੋੜ ਦਿਆਂਗੇ ਜੀ। ਸੋ ਅਸੀਂ ਤਾਂ ਸੈਕੂਲਰ ਪਾਰਟੀ ਹੈ, ਅਸੀਂ ਤਾਂ ਸਾਰੇ ਧਰਮਾਂ ਨੂੰ ਇਕੱਠੇ ਲੈ ਕੇ ਚੱਲਾਂਗੇ। ਸੁਖਬੀਰ ਬਾਦਲ ਦੇ ਬਿਆਨ ਨੂੰ ਕੀ ਕਹਿੰਦੇ ਹੋ ਤੁਸੀਂ? ਸੁਖ ਵਿਲਾਸ ਦੇ ਸਵਾਲ ਖੜੇ ਕੀਤੇ ਸੀ ਸਰ, ਉਹ ਕਹਿੰਦੇ ਮੂੰਗੀ ਵਿਕ ਰਹੀ ਹੈ ਜੀ, ਮੂੰਗੀ ਵਿਕ ਰਹੀ ਹੈ। ਥੋੜਾ ਜਿਹਾ ਆੜਤੀਆਂ ਦਾ ਕੰਸਰਨ ਸੀ, ਉਹ ਵੀ ਪੂਰਾ ਹੋ ਗਿਆ। 1.25 ਲੱਖ ਏਕੜ ਦੇ ਵਿੱਚ ਮੂੰਗੀ ਬੀਜੀ ਗਈ ਹੈ ਔਰ ਕਾਮਯਾਬ ਹੈ। ਅਗਲੀ ਵਾਰ ਹੋਰ ਵਧਾ ਸਕਦੇ। ਸੁਖਬੀਰ ਬਾਦਲ ਦੇ ਬਿਆਨ ਨੂੰ ਕਿਵੇਂ ਕਹਿੰਦੇ ਹੋ? ਕਹਿੰਦੇ ਕਰ ਨਵੀਆਂ ਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ A1 ਪੰਜਾਬੀ ਟੀਵੀ ਦੇ ਨਾਲ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ
ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ weight lose, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਰਿਲੀਫ ਪਾਵਰ ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ। ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 94784 84087। ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478 484087।